ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਮੰਨਿਆ ਜਾ ਰਿਹਾ, ਉਸੇ ਤਰ੍ਹਾਂ ਹੀ ਅਜਨਾਲਾ ਵਿਧਾਨ ਸਭਾ ਹਲਕੇ ਦੇ ਅੰਦਰ ਰਾਜਨੀਤੀ ਦਾ ਬੋਰਡ ਤੇ ਇੱਕ ਸੰਸਥਾ ਜਿਹਦਾ ਨਾਂ ਸੋਨੂ ਜਾਫਰ ਹੈ, ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਦੇ ਉੱਤੋਂ ਰਾਜਨੀਤੀ ਨੂੰ ਲੈ ਕੇ ਆਪਣਾ ਸਾਡੇ ਨਾਲ ਮੌਜੂਦ ਨੇ। ਫਤਿਹ ਚ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨੂ ਜਾਫਰ ਸਾਹਿਬ, ਜਿੱਥੇ ਤੁਸੀਂ ਲੰਮਾ ਸਮਾਂ ਵੱਖ-ਵੱਖ ਪਾਰਟੀਆਂ ਦੇ ਵਿੱਚ ਕੰਮ ਕੀਤਾ, ਤੁਸੀਂ ਨਾਲ ਆਪਣੇ ਅਸਾਈਅਤ ਦੇ ਨੇਤਾ ਵੀ ਰਹੇ ਹੋ, ਤੁਹਾਡੇ ਨਾਲ ਲੋਕਾਂ ਨੂੰ ਆਸਾਂ ਵੀ ਨੇ, ਤੇ ਅੱਜ ਤੁਸੀਂ ਚੋਣਾਂ ਦਾ ਆਜ਼ਾਦਾਨਾ ਤੌਰ ਉੱਤੇ ਲੜਨ ਦਾ ਐਲਾਨ ਕਰਕੇ ਸਾਰੀਆਂ ਕਿਆਸੀਆਂ ਜਿਹੜੀਆਂ ਖਤਮ ਕੀਤੀਆਂ ਆ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਅਕਾਲ ਖਾਲਸਾ ਨਿਊਜ਼ ਦੇ ਵਿੱਚ ਸਾਨੂੰ ਸਮਾਂ ਦਿੱਤਾ। ਜਿਹੜੀ ਤੁਸੀਂ ਇਲੈਕਸ਼ਨ ਅੱਜ ਲੜ ਰਹੇ ਹੋ, ਸਭ ਤੋਂ ਪਹਿਲਾਂ ਮੇਰਾ ਸਵਾਲ ਆਪ ਜੀ ਦੇ ਕੋਲ ਇਹ ਆ ਕਿ ਤੁਹਾਡਾ ਇਲੈਕਸ਼ਨ ਲੜਨ ਦਾ ਮੁੱਦਾ ਕੀ ਹੈ? ਦੇਖੀਏ, ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਇਨਸਾਨ ਨੂੰ ਆਪਣੀ ਗੱਲ ਰੱਖਣ ਦਾ, ਇਲੈਕਸ਼ਨ ਲੜਨ ਦਾ, ਚਾਹੇ ਉਹ ਆਜ਼ਾਦ ਆ ਚਾਹੇ ਉਹ ਕਿਸੇ ਪਾਰਟੀ ਵੱਲੋਂ ਆ, ਮੌਲਿਕ ਅਧਿਕਾਰ ਆ। ਸੋ ਉਹਨਾਂ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਸੀਂ ਅੱਜ ਆਜ਼ਾਦ ਚੋਣ ਲੜਨ ਦਾ ਹਲਕਾ ਅਜਨਾਲਾ ਤੋਂ ਐਲਾਨ ਕੀਤਾ। ਬਿਲਕੁਲ ਜੀ, ਜਿੱਥੇ ਤੁਸੀਂ ਚੋਣਾਂ ਆਜ਼ਾਦ ਲੜਨ ਦਾ ਐਲਾਨ ਕੀਤਾ ਆ, ਇਹਨੂੰ ਲੈ ਕੇ ਮੈਂ ਇਹ ਗੱਲ ਵੀ ਕਰਨੀ ਚਾਹੁੰਦਾ ਆ ਕਿ ਜਿਸ ਤਰ੍ਹਾਂ ਅੱਜ ਹਲਕੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਬੜਾ ਚੱਲ ਰਿਹਾ, ਤੁਸੀਂ ਵਿਧਾਇਕ ਬਣਦੇ ਹੋ, ਕਿ ਨਸ਼ਿਆਂ ਦੀ ਰੋਕਥਾਮ, ਬੇਰੁਜ਼ਗਾਰੀ ਦੀ ਰੋਕਥਾਮ, ਜਾਂ ਸਾਡੇ ਨੌਜਵਾਨਾਂ ਨੂੰ ਜਿਹੜੀਆਂ ਅੱਜ ਸਾਡੀਆਂ ਸਿਆਸੀ ਪਾਰਟੀਆਂ ਅਗਾਏ ਬਗਾਏ ਇਹ ਗੱਲਾਂ ਕਹਿ ਰਹੀਆਂ ਕਿ ਅਸੀਂ ਤੁਹਾਨੂੰ 10 ਲੱਖ ਰੁਪਈਆ ਦੇਵਾਂਗੇ, ਨੌਜਵਾਨਾਂ ਨੂੰ ਬਾਹਰ ਭੇਜ ਦੇਵਾਂਗੇ, ਜਾਂ ਇਹ ਕਿਹਾ ਜਾ ਰਿਹਾ ਕਿ 18 ਸਾਲ ਤੋਂ ਉੱਤੇ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਅਸੀਂ 1000 ਰੁਪਈਆ ਮਹੀਨਾ ਦੇਵਾਂਗੇ, ਜਾਂ ਕਿ ਇਹ ਕਿਹਾ ਜਾ ਰਿਹਾ ਅਸੀਂ 2000 ਦੇਵਾਂਗੇ, ਬਿਜਲੀ ਦੇ ਬਿੱਲ ਫ੍ਰੀ ਕਰ ਦਿਆਂਗੇ, ਨਾਲ ਤੁਹਾਨੂੰ ਸਿਲੰਡਰ ਵੀ ਦੇ ਦਿਆਂਗੇ, ਕਿ ਤੁਸੀਂ ਇਹਨਾਂ ਤੋਂ ਹਟ ਕੇ ਕੋਈ ਪ੍ਰੋਗਰਾਮ ਦਿਓਗੇ? ਦੇਖੋ, ਇਹ ਜਿਹੜੇ ਪਾਰਟੀ ਦੇ ਕਿਸੇ ਵੀ ਪਾਰਟੀ ਕੋਈ ਆਪਣੇ ਏਜੰਡੇ ਵਿੱਚ ਐਡ ਕਰਦੀ ਹੈ ਕੋਈ ਇਹੋ ਜਿਹੀ ਚੀਜ਼, ਤਾਂ ਅਸੀਂ ਤਾਂ ਐਪਰੀਸ਼ੀਏਟ ਕਰਾਂਗੇ ਇਸ ਚੀਜ਼ ਨੂੰ ਕਿ ਜੇ ਜਨਤਾ ਬਾਰੇ ਸੋਚਦੀ ਆ, ਪਰ ਉੱਤੇ ਇੰਪਲੀਮੈਂਟ ਵੀ ਹੋਣਾ ਚਾਹੀਦਾ। ਕਈ ਵਾਰੀ ਹੁੰਦਾ ਕਿ ਜਿਸ ਤਰ੍ਹਾਂ ਪਿਛਲੀ ਵਾਰ ਸਰਕਾਰਾਂ ਨੇ ਕਿਹਾ ਸੀ, ਜਿਹੜੀਆਂ ਗਈਆਂ ਨੇ, ਕਿ ਘਰ ਘਰ ਨੌਕਰੀ ਦੇਵਾਂਗੇ, ਕਰਜ਼ਾ ਕੁਰਕੀ ਖਤਮ ਕਰਾਂਗੇ, ਆੜ੍ਹਤੀਆਂ ਦੇ ਕਰਜ਼ੇ ਖਤਮ ਕਰਾਂਗੇ। ਇਹ ਇੱਕ ਲੋਲੀਪੌਪ ਦੀ ਤਰ੍ਹਾਂ ਵਰਤਿਆ ਜਾਂਦਾ, ਜਿਹਨੂੰ ਅਸੀਂ ਚੁਣਾਵੀ ਜੁਮਲਾ ਵੀ ਗਿਣ ਸਕਦੇ ਹਾਂ। ਸੋ ਇਸ ਕਰਕੇ ਪੰਜਾਬ ਦੇ ਵਿੱਚ ਅਜੇ ਤੱਕ ਤਾਂ ਇਹ ਕੁਛ ਨਹੀਂ ਹੋਇਆ ਕਿ ਮੈਨੀਫੈਸਟੋ ਦੇ ਵਿੱਚ ਨਾ ਕਾਨੂੰਨ ਹੀ ਇਹੋ ਜਿਹਾ ਬਣਾਇਆ ਗਿਆ ਸਾਡੇ ਸੰਵਿਧਾਨ ਦੇ ਵਿੱਚ ਕਿ ਜਿਹੜੀ ਪਾਰਟੀ ਮੈਨੀਫੈਸਟੋ 'ਚ ਕੀਤੇ ਵਾਅਦੇ ਪੂਰੇ ਨਹੀਂ ਕਰੇਗੀ, ਉਸ ਪਾਰਟੀ ਦੀ ਜਿਹੜੀ ਮਾਨਤਾ ਰੱਦ ਕੀਤੀ ਜਾਏਗੀ। ਇਹੋ ਜਿਹੀ ਕੋਈ ਨਹੀਂ ਹੈਗੀ। ਜਿਹੜੀ ਮਰਜ਼ੀ ਚੱਕ ਕੇ ਪਾਰਟੀ ਜਿਹੜਾ ਮਰਜ਼ੀ ਵਾਅਦਾ ਕਰ ਛੱਡਦੀ ਹੈ। ਹੁਣ ਕੁਛ ਦਿਨ ਪਹਿਲੇ ਹੀ ਮੈਂ ਸੁਣਨਾ ਚਾਹਿਆ ਕਿਸੇ ਪਾਰਟੀ ਨੇ ਐਲਾਨ ਕੀਤਾ ਕਿ ਅਸੀਂ ਬੱਚੀਆਂ ਜਿਹੜੀਆਂ ਸਾਡੀਆਂ +2 'ਚ ਪੜ੍ਹਦੀਆਂ, ਕਾਲਜ ਜਾਂਦੀਆਂ, ਉਹਨਾਂ ਨੂੰ ਸਕੂਟੀਆਂ ਦੇਵਾਂਗੇ। ਸੋ ਇਸ ਕਰਕੇ ਇਹ ਤਾਂ ਜੁਮਲੇ ਇਹਨਾਂ ਨੂੰ ਗਿਣ ਸਕਨੇ, ਇਹਨਾਂ ਨੂੰ ਵਾਅਦੇ ਨਹੀਂ ਗਿਣ ਸਕਦੇ। ਜਿਹੜੀਆਂ ਪਾਰਟੀਆਂ ਇਸ ਤਰੀਕੇ ਦਾ ਚੋਣ ਮੈਨੀਫੈਸਟੋ ਲੈ ਕੇ ਆਉਂਦੀਆਂ ਆ, ਤੁਸੀਂ ਵਿਧਾਇਕ ਬਣਦੇ, ਤੁਸੀਂ ਇਹਦੀ ਗੱਲ ਵਿਧਾਨ ਸਭਾ ਦੇ ਵਿੱਚ ਉਠਾਓ। ਦੇਖੀਏ, ਇੱਕ ਵਿਧਾਇਕ ਦਾ ਜਿਹੜਾ ਕੰਮ ਹੁੰਦਾ ਹੈ ਉਹ ਬਹੁਤ ਜ਼ਿਆਦਾ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਜੀ। ਉਹਦੇ ਉੱਪਰ ਪੂਰੇ ਹਲਕੇ ਦਾ ਜਿਹੜਾ ਵਾ ਬੋਝ ਹੋਣਾ ਚਾਹੀਦਾ, ਉਹਦੇ ਕੋਲ ਰੋਡ ਮੈਪ ਹੋਣਾ ਚਾਹੀਦਾ ਕਿ ਕਿੰਨੇ ਬੱਚੇ ਮੇਰੇ ਗ੍ਰੈਜੂਏਸ਼ਨ ਹੈ, ਕਿੰਨੇ +2 ਕੀਤੀ ਆ, ਕਿਹੜੇ ਬੱਚੇ ਨੇ ਕਿਹੜੀ ਡਿਗਰੀ ਕੀਤੀ ਆ, ਕਿੰਨੇ ਬੱਚੇ ਸਾਡੇ ਨਸ਼ਾ ਕਰਦੇ ਆ ਪੂਰੇ ਹਲਕੇ ਦੇ ਵਿੱਚ, ਕਿੰਨੇ ਬੱਚੇ ਮੇਰੇ ਸਾਡੇ ਬਾਹਰ ਬੈਠੇ ਨੇ, ਕਿੰਨੇ ਬੱਚੇ ਚਾਹਵਾਨ ਨੇ ਜਿਹੜੇ ਆਈਲੈਟਸ ਕਰਕੇ ਬੈਠੇ ਨੇ। ਸੋ ਇਸ ਕਰਕੇ ਇਹ ਤੇ ਬੜੀ ਬਰੀਕੀ ਨਾਲ ਦਿਨ ਰਾਤ ਕੰਮ ਕਰਨਾ ਪੈਣਾ। ਜਿੰਨੇ ਵੀ ਹੁਣ ਤੱਕ ਮੈਂ ਆਪਣੀ ਜਿਹੜੀ ਹੋਸ਼ ਸੰਭਾਲੀ ਹੈ ਆਪਣੇ ਅਜਨਾਲਾ ਹਲਕੇ ਦੇ ਵਿੱਚ, ਬਾਰਡਰ ਦੇ ਉੱਪਰ ਸਾਡਾ ਆਖਰੀ ਲਾਸਟ ਜਿਹੜਾ ਹਲਕਾ ਵਾ ਅਜਨਾਲਾ, ਹਿੰਦੁਸਤਾਨ ਦਾ, ਭਾਰਤ ਦਾ, ਔਰ ਸਭ ਤੋਂ ਜ਼ਿਆਦਾ ਸੰਤਾਪ ਜਿਹੜਾ ਚਾਹੇ 1947 ਦੀ ਵੰਡ ਤੋਂ ਲੈ ਕੇ ਪਾਕਿਸਤਾਨ ਦੇ ਨਾਲ ਵੱਖ-ਵੱਖ ਜੰਗਾਂ ਹੋਈਆਂ, ਸਾਡੀਆਂ ਯੁੱਧ ਹੋਏ ਨੇ, ਵਾਰ ਹੋਈ ਆ, ਹੜ੍ਹ ਆਏ ਨੇ, ਸਾਡੇ ਫਲੱਡ ਆਏ ਰਾਵੀ ਦਰਿਆ ਦੇ ਵਿੱਚ, ਕੋਈ ਰਾਵੀ ਦਰਿਆ ਦੇ ਕੰਢੇ 'ਤੇ ਅਸੀਂ ਬੈਠੇ ਨੇ ਸਾਰੇ, ਚਾਹੇ ਉਹ 84 ਦਾ ਕਾਲਾ ਦੌਰ ਰਿਹਾ, ਸਭ ਤੋਂ ਜ਼ਿਆਦਾ ਸੰਤਾਪ ਜਿਹੜਾ ਵਾ ਇਹ ਸੀ ਅਸੀਂ ਸਾਡੇ ਉੱਤੋਂ ਦੀ ਨਹੀਂ ਵਿੱਚੋਂ ਦੀ ਲੰਘ ਕੇ ਗਿਆ। ਔਰ ਅਸੀਂ ਜਿਹੜੇ ਪੋਟਾ ਵਿੰਨੇ ਪਏ ਹਾਂ, ਅਸੀਂ ਅਜਨਾਲਾ ਵਾਸੀ,
ਬਹੁਤ ਵੱਡੇ ਪੱਧਰ 'ਤੇ ਸਾਨੂੰ ਮਿਹਨਤ ਦੀ ਲੋੜ ਆ, ਇੱਕ ਬੱਚੇ ਵੱਲ ਧਿਆਨ ਦੇਣ ਦੀ ਲੋੜ ਆ। ਅਗਰ ਮੈਂ ਹਰ ਵਾਰੀ ਕਹਿੰਦਾ ਨਾ ਕਿ ਇੱਕ ਹਲਕਾ ਦਾ ਵਿਧਾਇਕ ਚਾਹੇ ਕਿ ਮੈਂ ਇੱਕ ਬੱਚੇ ਨੂੰ ਨਸ਼ਾ ਨਹੀਂ ਕਰਨ ਦੇਣਾ, ਕਿਉਂਕਿ ਸ਼ਾਸਨ ਦੇ ਥੱਲੇ ਪ੍ਰਸ਼ਾਸਨ ਆ, ਔਰ ਅਗਰ ਪ੍ਰਸ਼ਾਸਨ ਨੂੰ ਲਗਾਮ ਕੱਸ ਕੇ ਆਪਣੀਆਂ ਹਿੱਸਾ ਪੱਤੀਆਂ ਨਾ ਰੱਖੀਆਂ ਜਾਣ, ਕਿਉਂਕਿ ਇਹ ਤੇ ਇਹਨਾਂ ਨੇ ਰਾਜਨੀਤੀਕਰਨ ਨੂੰ ਵਪਾਰੀਕਰਨ ਬਣਾਇਆ ਕਿ ਮੈਂ 5 ਕਰੋੜ ਰੁਪਈਆ ਦੀ ਖਰਚਾਂਗਾ ਇਲੈਕਸ਼ਨ ਦੇ ਉੱਪਰ, ਲੋਕਾਂ ਨੂੰ ਪੈਸੇ ਵੰਡ ਕੇ, ਤੇ 500 ਕਰੋੜ ਦਾ ਟਾਰਗੇਟ ਹੈ ਮੇਰਾ। ਅਗਲੀ ਵਾਰ ਸੋਚਦਾ ਮੈਂ 500 ਕਰੋੜ ਕਮਾਇਆ, ਹੁਣ ਮੈਂ 1500 ਕਰੋੜ ਰੁਪਈਆ ਕਮਾਊਂਗਾ। ਇਹਨਾਂ ਵਪਾਰੀਕਰਨ ਦੁਕਾਨਦਾਰੀਆਂ ਬਣਾਈਆਂ ਨੇ ਰਾਜਨੀਤੀਕਰਨ। ਸੋ ਇਸ ਕਰਕੇ ਇਹ ਲੋਕ ਇਹੋ ਵਿਚਾਰਧਾਰਾ ਨੂੰ ਲੈ ਕੇ ਆਉਂਦੇ ਨੇ ਵੀ ਨਜ਼ਾਰੇ ਨਾਲ ਫਿਰ ਉਹ ਚੌਂਕੀਆਂ ਥਾਣਿਆਂ ਦੇ ਵਿੱਚ, ਤਹਿਸੀਲਾਂ ਦੇ ਵਿੱਚੋਂ, ਰੇਤਾ ਦੀਆਂ ਖੱਡਾਂ ਵਿੱਚੋਂ, ਹਰ ਠੇਕੇ ਦੇ ਵਿੱਚੋਂ ਪਰਸੈਂਟੇਜ ਕੱਢ ਕੇ, ਜਿਹੜੇ ਵੀ ਠੇਕੇਦਾਰ ਹੁੰਦੇ ਨੇ ਉਹਨਾਂ ਕੋਲ ਪਰਸੈਂਟੇਜ ਲੈ ਕੇ ਘਰੇ ਪਹੁੰਚਦੇ ਇਹਨਾਂ ਦੇ ਪੈਸੇ, ਟੈਚੀ ਸੂਟਕੇਸ ਪਹੁੰਚਦੇ ਆ। ਸੋ ਇਸ ਕਰਕੇ ਬਦਲੀਆਂ ਤੋਂ ਲੈ ਕੇ ਹਰ ਕੰਮ ਦੇ ਵਿੱਚ ਕਰਪਸ਼ਨ। ਸੋ ਇਸ ਕਰਕੇ ਇਹੋ ਜਿਹੀ ਜਿਹੜੀ ਮਾਨਸਿਕਤਾ ਤੋਂ ਹਟ ਕੇ ਸਾਡੇ ਅਪੀਲ ਆ ਮੇਰੀ ਅਜਨਾਲਾ ਨਿਵਾਸੀਆਂ ਨੂੰ ਕਿ ਜਿੱਦਣ ਅਸੀਂ ਨਵੀਂ ਰੀਤ ਪਾਈ ਤਾਂ ਅਸੀਂ ਨਸ਼ਾ ਵੀ ਖਤਮ ਕਰਾਂਗੇ। ਅਸੀਂ ਬੱਚੇ ਜਿਹੜੇ ਵੀ ਹੀਰਾਂ ਕੱਤ ਕੇ ਬਾਹਰ ਦੇ ਮੁਲਕਾਂ 'ਚ ਜਾ ਰਹੇ ਆ, ਉਹਨਾਂ ਨੂੰ ਰੋਕਣ ਵਾਸਤੇ ਵੀ ਜਿਹੜੀਆਂ ਯੋਜਨਾਵਾਂ ਜਿਹੜੀਆਂ ਲਿਖੀਆਂ ਜਾਣਗੀਆਂ, ਔਰ 5-5 7-7 ਪਿੰਡਾਂ ਦੇ ਕੈਂਪ ਬਣਾ ਕੇ ਯੂਥ ਦੇ ਕੈਂਪ ਲਾਏ ਜਾਣਗੇ। ਉਹਨਾਂ ਨੂੰ ਦੱਸਿਆ ਜਾਏਗਾ ਕਿ ਰੁਜ਼ਗਾਰ ਕਿਸ ਤਰ੍ਹਾਂ ਲਿਆਂਦਾ ਜਾਏਗਾ, ਕਿਉਂਕਿ ਬਹੁਤ ਜ਼ਿਆਦੀਆਂ ਸਕੀਮਾਂ ਨੇ ਕੇਂਦਰ ਵੱਲੋਂ ਹੁੰਦੀਆਂ ਜਿਹੜੀਆਂ ਸਾਡੇ ਤੱਕ ਪਹੁੰਚਦੀਆਂ ਹੀ ਨਹੀਂ। ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਸਕੀਮ ਕਿਹੜੀ ਆ। ਸਾਡੇ ਬਾਰਡਰ ਵਾਸਤੇ ਬਹੁਤ ਜ਼ਿਆਦੀਆਂ ਸਕੀਮਾਂ ਨੇ। ਸੋ ਇਸ ਕਰਕੇ ਉਹ ਜਿਹੜੀਆਂ ਸਕੀਮਾਂ ਨੇ ਉਹਨਾਂ ਨੂੰ ਪਿੰਡ ਹਰ ਬੰਦੇ ਦੇ ਕੰਨ ਤੱਕ ਪਹੁੰਚਾਉਣ ਦੀ ਬਹੁਤ ਸਖਤ ਲੋੜ ਹੈ। ਬਿਲਕੁਲ, ਜਿੱਥੇ ਸੋਨੂ ਜਾਫਰ ਜੀ ਤੁਸੀਂ ਗੱਲ ਕੀਤੀ ਆ ਕਿ ਕੇਂਦਰ ਦੀਆਂ ਬੜੀਆਂ ਸਕੀਮਾਂ ਆਉਂਦੀਆਂ ਨੇ, ਉਹਨਾਂ ਸਕੀਮਾਂ ਨੂੰ ਪਿੰਡ ਤੱਕ ਪਹੁੰਚਾਉਣ ਦੀ ਲੋੜ ਆ, ਤੇ ਜਿਹੜੇ ਸਾਡੇ ਵਿਧਾਇਕ ਬਣ ਜਾਂਦੇ ਆ ਇਹ ਉੱਥੋਂ ਤੱਕ ਪਹੁੰਚਾਉਂਦੇ ਨਹੀਂਗੇ, ਆਪਣਾ ਬਿਜ਼ਨਸ ਸ਼ੁਰੂ ਕਰਦੇ ਆ। ਅੱਜ ਸਾਡੇ ਇੱਥੇ ਅਜਨਾਲਾ ਖੇਤਰ ਦੇ ਵਿੱਚ ਸਭ ਤੋਂ ਵੱਧ ਜਿਹੜਾ ਆ ਇਹ ਇੱਥੇ ਇੱਕ ਰੇਤਾ ਦਾ ਬਿਜ਼ਨਸ ਬਹੁਤ ਵੱਡੇ ਪੱਧਰ ਉੱਤੇ ਚੱਲ ਰਿਹਾ। ਇੱਥੇ ਫਿਰ ਇੱਥੋਂ ਦੇ ਜਿਹੜੇ ਹਸਪੀਟਲ ਨੇ ਉਹਨਾਂ ਦੀ ਕੋਈ ਏਡੀ ਵਧੀਆ ਦਿੱਖ ਜਿਹੜੀ ਉਹ ਨਹੀਂ। ਹਰ ਆਏ ਦਿਨ ਕੋਈ ਨਾ ਕੋਈ ਉਹਨਾਂ ਦੇ ਉੱਤੇ ਧਰਨੇ ਲੱਗੇ ਰਹਿੰਦੇ ਆ ਕਿ ਜਦੋਂ ਤੁਸੀਂ ਬਣਨੇ ਕਿ ਇਸ ਤਰ੍ਹਾਂ ਦੀ ਕੋਈ ਸਮੱਸਿਆ ਤਾਂ ਨਹੀਂ ਆਊਗੀ। ਦੇਖੀਏ, ਇਹ ਜਨੂਨ ਹੁੰਦਾ ਜੀ, ਸ਼ੌਂਕ ਹੁੰਦਾ ਕੰਮ ਕਰਨ ਦਾ। ਸਾਨੂੰ ਜਨੂਨ ਹੈ ਲੋਕਾਂ ਦੀ ਸੇਵਾ ਕਰਨ ਦਾ, ਸ਼ੌਂਕ ਹੈ ਸਾਨੂੰ। ਅਸੀਂ ਵਿਧਾਇਕ ਬਣਨ ਦੇ ਮਕਸਦ ਦੇ ਨਾਲ ਨਹੀਂ ਪਾਰਟੀ ਦੇ ਵਿੱਚ ਆਏ ਜਾਂ ਆਜ਼ਾਦ ਉਮੀਦਵਾਰ ਲੜਨਾ ਚਾਹ ਰਹੇ। ਅਸੀਂ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੋਣ ਵਾਸਤੇ ਮੈਦਾਨ ਦੇ ਵਿੱਚ ਆਏ ਹਾਂ। ਔਰ ਤੁਸੀਂ ਮੇਰਾ ਪਿਛਲਾ ਰਿਕਾਰਡ ਵੀ ਫੋਲ ਕੇ ਦੇਖ ਲਓਗੇ, ਤੁਸੀਂ ਕਿੰਨੇ ਧਰਨੇ ਮੈਂ ਇਹਨਾਂ ਸਰਕਾਰਾਂ ਦੇ ਜਬਰ ਜ਼ੁਲਮ ਦੇ ਖਿਲਾਫ ਜਿਹੜੇ ਨੇ ਲਾਏ ਆ। ਗਰੀਬਾਂ ਲੋਕਾਂ ਨੂੰ, ਵਪਾਰੀਆਂ ਨੂੰ, ਕਿਸਾਨਾਂ ਦੇ ਇਨਸਾਫ ਵਾਸਤੇ ਮੈਂ ਮੈਦਾਨ ਦੇ ਵਿੱਚ ਡਟਿਆ ਰਿਹਾ। ਚਾਹੇ ਉਹ 47 ਡਿਗਰੀ ਤਾਪਮਾਨ, ਸੜਕ ਗਰਮ ਹੈ, ਕੋਈ ਪਰਵਾਹ ਨਹੀਂ, ਭਾਵੇਂ ਬਾਰਿਸ਼ ਹੋ ਰਹੀ ਆ, ਅਸੀਂ ਮੈਦਾਨ ਦੇ ਵਿੱਚ ਡਟੇ ਰਹੇ। ਸੋ ਇਸ ਕਰਕੇ ਹਰ ਬੰਦੇ 'ਚ ਜਨੂਨ ਹੋਣਾ ਚਾਹੀਦਾ ਇੱਕ ਕੰਮ ਕਰਨ ਦਾ ਕਿ ਮੈਂ ਇਹ ਕੰਮ ਕਰਨਾ। ਜੇ ਜਨੂਨ ਹੈ ਤੇ ਉਹ ਕੰਮ ਸਫਲ ਹੋਏਗਾ। ਮੈਨੂੰ ਨਹੀਂ ਲੱਗਦਾ ਕਿਉਂਕਿ ਵੇਖੋ ਅਸੀਂ ਸਕਰੀਆ ਰਾਜਨੀਤੀ ਨੂੰ 15-20 ਸਾਲ ਹੋ ਗਏ ਅਸੀਂ ਕਰ ਰਹੇ ਹਾਂ, ਔਰ ਮੈਂ ਇਸੇ ਇਲਾਕੇ ਦਾ, ਅਜਨਾਲੇ ਦਾ ਜੰਪ ਵਾਲਿਆ। ਮੇਰਾ ਪਿੰਡ ਬਿਲਕੁਲ ਹੀ ਬਾਰਡਰ 'ਤੇ, ਜ਼ੀਰੋ ਲਾਈਨ 'ਤੇ ਆ, ਜਾਫਰਕੋਟ। ਉੱਦਾਂ ਧੁੱਸੀਆਂ ਦੇ ਬੰਨਾਂ ਦੇ ਉੱਪਰ ਹੀ ਅਸੀਂ ਪੜ੍ਹੇ ਹਾਂ, ਉੱਧਰ ਹੀ ਨੱਸੇ ਭੱਜੇ ਫਿਰਦੇ ਵੱਡੇ ਹੋਏ ਆ, ਹੈ ਨਾ। ਸੋ ਇਸ ਕਰਕੇ ਸਾਨੂੰ ਪਤਾ ਕਿ ਸਾਡੇ ਕਿਸਾਨ ਨੂੰ ਕੀ ਮਜਬੂਰੀ ਆ, ਸਾਡੇ ਵਪਾਰੀ ਨੂੰ ਕੀ ਮਜਬੂਰੀ ਆ, ਸਾਡੇ ਜਿਹੜਾ ਮਜ਼ਦੂਰ ਆ ਉਹਨੂੰ ਕੀ ਮਜਬੂਰੀ ਆ। ਇਸ ਕਰਕੇ ਅਸੀਂ ਜਾਣਦੇ ਹਾਂ, ਕਰੀਬੀ ਤੋਂ ਜਾਣਦੇ ਹਾਂ। ਹੁਣ ਬਾਹਰੋਂ ਆ ਕੇ ਕੋਈ ਅਮਰੀਕਾ ਤੋਂ ਆ ਗਿਆ, ਕੋਈ ਕਿਤੇ ਆ ਕੇ ਅਜਨਾਲੇ ਦੇ ਵਿੱਚ ਜਮਾਓ ਜੀ ਕਿਸਮਤ। ਅਜਨਾਲੇ ਵਾਲੇ ਸਾਡੇ ਬੰਦੇ ਬਾਰਡਰ ਏਰੀਏ ਦੇ ਭੋਲੇ ਬੰਦੇ ਕੀ ਵਿਚਾਰੇ ਮਗਰ ਲੱਗ ਜਾ ਤੁਰ ਫਿਰਦੇ ਆ ਵੀ ਚਲੋ ਵੀ ਇਹਦੇ ਕੋਈ ਹੈ ਨਾ, ਇਹੋ ਹੀ ਕੁਝ ਕਰ ਜਾਏਗਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਸ ਬੰਦੇ ਦੀ ਮਨਸ਼ਾ ਕੀ ਹੈ, ਇਸ ਬੰਦੇ ਦਾ ਮਕਸਦ ਕੀ ਹੈ। ਸੋ ਸੋਨੂ ਜਾਫਰ ਜੀ, ਜਿੱਥੇ ਤੁਸੀਂ ਆਪਣੇ ਸਾਰੇ ਲੋਕਾਂ ਨੂੰ ਇਸ ਅਕਾਲ ਖਾਲਸਾ ਨਿਊਜ਼ ਦੇ ਮਾਧਿਅਮ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਹਾਡੀ ਗੱਲ ਪਹੁੰਚਾਉਣੀ ਹੈ, ਸੋ ਮੈਂ ਇਹ ਵੀ ਗੱਲ, ਕਿਉਂਕਿ ਤੁਸੀਂ ਬੜਾ ਲੰਮਾ ਸਮਾਂ ਜਿਹੜਾ ਆ ਰਾਜਨੀਤੀ ਦੇ ਵਿੱਚ ਆਪਣਾ ਦਿੱਤਾ ਆ, ਤੇ ਰਾਜਨੀਤੀ ਨੂੰ ਬੜੇ, ਜੇ ਤੁਹਾਨੂੰ ਮੈਂ ਇਸੇ ਕਰਕੇ ਅਜਨਾਲੇ ਦਾ ਬਾਬਾ ਬੋਢ ਰਾਜਨੀਤੀ ਦਾ ਆਖਿਆ ਆ ਕਿ ਤੁਸੀਂ ਬੜਾ ਲੰਮਾ ਸਮਾਂ ਇਹਨੂੰ ਰਾਜਨੀਤੀ ਨੂੰ ਤੁਸੀਂ ਵੇਖਿਆ ਆ। ਹੁਣ ਜਿਹੜੀ ਅੱਜ ਟੁੱਟ ਭੱਜ ਹੋ ਰਹੀ ਆ, ਅਕਾਲੀ ਦਲ ਦੇ ਕੁਝ ਬੰਦੇ ਟੁੱਟ ਕੇ ਭਾਜਪਾ ਦੇ ਵਿੱਚ ਜਾ ਰਹੇ ਆ, ਬਹੁਤ ਗਿਣਤੀ ਸਿੱਖਾਂ ਦੀ ਜਿਹੜੀ ਆ ਟੁੱਟ ਕੇ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਜਿਹੜੀ ਆ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੀ ਆ। ਕੁਝ ਬੰਦੇ ਜਿਹੜੇ ਆ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਰਹੇ ਆ। ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ? ਦੇਖੋ, ਇਹ ਜਦੋਂ ਵੀ ਕੋਈ ਵੀ ਇਲੈਕਸ਼ਨ ਆਉਂਦੀ ਹੈ, ਖਾਸ ਕਰਕੇ ਵਿਧਾਨ ਸਭਾ, ਕਿਉਂਕਿ ਜਿਹੜੀ ਹੈ ਬਹੁਤ ਜਿਹੜੀ ਆ ਇਹ ਇਲੈਕਸ਼ਨ ਹੈ ਵਿਧਾਨ ਸਭਾ ਦੀ, ਬਹੁਤ ਇਹਨੂੰ ਮੇਨ ਇਲੈਕਸ਼ਨ ਜਿਹੜੀ ਜਾਂਦੀ ਹੈ। ਇਸ ਵਾਸਤੇ ਹਰ ਬੰਦਾ
ਆਪੋ ਆਪਣੀ ਵਿਚਾਰਧਾਰਾ ਰੱਖਦਾ, ਆਪਣੀ ਸੋਚ ਦੇ ਮੁਤਾਬਕ ਉਹਨੂੰ ਜਿਹੜੀ ਚੀਜ਼ ਵਧੀਆ ਲੱਗਦੀ ਉਹ ਕਰਦਾ। ਸੋ ਇਸ ਕਰਕੇ ਕਿਸੇ ਦੀ ਵਿਚਾਰ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੱਲ ਜਾ, ਕਿਸੇ ਦੀ ਵਿਚਾਰ ਹੈ ਮੈਂ ਕਾਂਗਰਸ ਪਾਰਟੀ ਦੇ ਵਿੱਚ ਜਾਵਾਂ। ਸੋ ਆਪੋ ਆਪਣੀ ਇਹ ਸੋਚ ਆ, ਕੋਈ ਜਾ ਸਕਦਾ। ਬਿਲਕੁਲ ਜੀ। ਜਿੱਥੇ ਅੱਜ ਮੈਂ ਤੁਹਾਡੇ ਨਾਲ ਤੁਹਾਡੀ ਕ੍ਰਿਸਚਨ ਕਮਿਊਨਿਟੀ ਦੀ ਗੱਲ ਕਰਨੀ ਚਾਹੁੰਦਾ ਆ, ਇਹ ਵੀ ਮੈਂ ਇੱਕ ਜਾਣਕਾਰੀ ਜਿਹੜੀ ਆ ਪੂਰੇ ਭਾਰਤ ਦੇ ਅੰਦਰ ਕੀ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਪਹੁੰਚਾਉਣੀ ਚਾਹੁੰਦਾ ਆ ਕਿ ਅੱਜ ਤੁਸੀਂ ਕ੍ਰਿਸਚਨ ਕਮਿਊਨਿਟੀ ਦੇ ਲੀਡਰ ਜੇ, ਤੁਸੀਂ ਆਪਣੇ ਕ੍ਰਿਸਚਨੈਲਿਟੀ ਦਾ ਬਹੁਤ ਜ਼ਿਆਦਾ ਹੀ ਆਪਣੀ ਗੱਲ ਕੀਤੀ ਆ। ਉਹਦੇ ਵਿੱਚ ਸਾਨੂੰ ਅੱਜ ਤੁਸੀਂ ਇਹ ਦੱਸੋ ਕਿ ਅਕਾਲੀ ਦਲ ਵੱਲੋਂ ਜਾਂ ਕਾਂਗਰਸ ਵੱਲੋਂ ਜਾਂ ਆਮ ਆਦਮੀ ਪਾਰਟੀ ਵੱਲੋਂ ਜਾਂ ਭਾਰਤੀ ਜਨਤਾ ਪਾਰਟੀ ਵੱਲੋਂ ਕਿੰਨਿਆਂ ਕ੍ਰਿਸਚਨਾਂ ਨੂੰ ਜਿਹੜੀਆਂ ਆ ਟਿਕਟਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਵੋਟਾਂ ਦੇ ਅਨੁਸਾਰ? ਖਾਲਸਾ ਜੀ, ਪਹਿਲੀ ਗੱਲ ਤਾਂ ਮੈਂ ਇੱਕ ਕਲੀਅਰ ਕਰ ਦੇਣੀ ਚਾਹੁੰਦਾ ਕਿ ਮੈਂ ਇਕੱਲਾ ਕ੍ਰਿਸਚਨਾਂ ਦਾ ਲੀਡਰ ਨਹੀਂ ਹਾਂ। ਮੈਂ ਮੇਰਾ ਜਨਮ ਜਿਹੜਾ ਉਹ ਕ੍ਰਿਸਚਨ ਭਾਈਚਾਰੇ ਦੇ ਘਰ ਹੋਇਆ, ਪਰਿਵਾਰ ਦੇ ਵਿੱਚ ਹੋਇਆ ਮੇਰਾ ਜਨਮ। ਪਰ ਮੈਂ ਜਿਹੜਾ ਦਰਦ ਆ ਮੈਂ ਸਾਰੇ ਭਾਈਚਾਰਿਆਂ ਦਾ ਰੱਖਦਾ, ਔਰ ਮੈਂ ਹਰ ਭਾਈਚਾਰੇ ਦੇ ਜਦੋਂ ਵੀ ਕੋਈ ਮੈਨੂੰ ਜ਼ਰੂਰਤ ਮੈਂ ਸਮਝਦਾ ਜਾਂ ਕੋਈ ਬੰਦਾ ਮੇਰੀ ਜ਼ਰੂਰਤ ਸਮਝਦਾ ਤੇ ਉਹ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ। ਇਹ ਹਲਕਾ ਜਿਹੜਾ ਮੈਂ ਆਪਣੇ ਪਰਿਵਾਰ ਦੀ ਤਰ੍ਹਾਂ ਸਮਝਦਾ ਹੈ, ਜਨਾਲਾ ਹਲਕੇ ਨੂੰ, ਕਿ ਮੇਰੇ ਇਹ ਪਰਿਵਾਰ ਹੈ, ਇਹਨੂੰ ਕੋਈ ਤਕਲੀਫ ਹੁੰਦੀ ਹੈ ਤੇ ਮੈਨੂੰ ਵੀ ਤਕਲੀਫ ਹੁੰਦੀ ਹੈ। ਸੋ ਇਸ ਕਰਕੇ ਹਾਂ, ਇਹ ਜੇ ਇੱਕ ਇਹਨੂੰ ਕੌਮੀ ਪੱਧਰ 'ਤੇ ਗੱਲ ਕੀਤੀ ਜਾਂਦੀ ਹੈ ਕਿ ਕਿਸੇ ਜਾਤ ਬਰਾਦਰੀ ਧਰਮ ਦੇ ਆਧਾਰ 'ਤੇ ਜੇ ਗੱਲ ਕੀਤੀ ਜਾਏ ਤਾਂ ਐਤਕਾਂ ਦੀ ਵਾਰ ਕਿਸੇ ਵੀ ਮੈਨੂੰ ਨਹੀਂ ਲੱਗਦਾ ਪਾਰਟੀ ਨੇ ਕਿਸੇ ਕ੍ਰਿਸਚਨ ਨੂੰ ਵੀ ਟਿਕਟ ਦਿੱਤੀ ਆ। ਸੋ ਇਸ ਕਰਕੇ ਕਾਫੀ ਰੋਸ ਆ ਕ੍ਰਿਸਚਨ ਭਾਈਚਾਰੇ 'ਚ ਪਾਇਆ ਜਾ ਰਿਹਾ, ਕਿਉਂਕਿ ਸਾਨੂੰ ਫੋਨ ਆਉਂਦੇ, ਕਾਲ ਆਉਂਦੀਆਂ, ਬਾਹਰੋਂ ਵੀ ਆਉਂਦੀਆਂ, ਇੱਥੋਂ ਲੋਕਲ ਵੀ ਕਰਦੇ ਨੇ ਲੋਕ ਫੋਨ, ਔਰ ਲੋਕਾਂ ਨੇ ਮਨ ਜਿਹੜਾ ਵਾ ਉਹ ਪੜ੍ਹਿਆ ਨਹੀਂ ਜਾ ਸਕਦਾ ਕਿ ਐਤਕੀ ਉਹਨਾਂ ਨੇ ਕਿਹਨੂੰ ਫਤਵਾ ਦੇਣਾ ਵਾ। ਸੋ ਇਸ ਕਰਕੇ ਇਹ ਚਿੰਤਤ ਹੈ ਕ੍ਰਿਸਚਨ ਭਾਈਚਾਰੇ ਦੇ ਲੀਡਰਸ਼ਿਪ, ਚਾਹੇ ਉਹ ਪ੍ਰੀਸਟ ਨੇ, ਚਿੰਤਤ ਜ਼ਰੂਰ ਨੇ ਕਿ ਇਹ ਸਾਰੀਆਂ ਪਾਰਟੀਆਂ ਨੇ ਸਾਡੇ ਨਾਲ ਗਲਤ ਕੀਤਾ। ਬਿਲਕੁਲ ਜੀ। ਜਿਸ ਤਰ੍ਹਾਂ ਤੁਸੀਂ ਅੱਜ ਕ੍ਰਿਸਚਨਸ ਭਾਈਚਾਰੇ ਦੇ ਨਾਲ ਤੁਸੀਂ ਆਪ ਹੀ ਦੱਸਿਆ ਆ ਕਿ ਇਹਨਾਂ ਨੂੰ ਜਿਹੜੀ ਆ ਲੱਗਦਾ ਆ ਕਿ ਕਿਸੇ ਨੇ ਵੀ ਟਿਕਟਾਂ ਜਿਹੜੀਆਂ ਉਹ ਨਹੀਂ ਦਿੱਤੀਆਂ, ਇਹਨਾਂ ਦੇ ਨਾਲ ਧੱਕਾ ਵੀ ਕੀਤਾ ਗਿਆ ਕੁਛ ਹੱਦ ਤੱਕ ਨੈਸ਼ਨਲ ਪੱਧਰ ਦੇ ਉੱਤੇ। ਉਸੇ ਤਰ੍ਹਾਂ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਆ ਕਿ ਸਿੱਖਾਂ ਦਾ ਵੀ ਇੱਕ ਬੜਾ ਵੱਡਾ ਸਿੱਖਾਂ ਦੇ ਨਾਲ ਧੱਕਾ ਹੁੰਦਾ ਆ ਕਿ ਜਿਨ੍ਹਾਂ ਦੇ ਵਿੱਚ ਸਿੱਖ ਨੌਜਵਾਨ ਜਿਹੜੇ ਆ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਆ ਤੇ ਜੇਲ੍ਹਾਂ ਦੇ ਵਿੱਚ ਸਰਕਾਰ ਨੇ ਉਹਨਾਂ ਨੂੰ ਰੱਖਿਆ ਹੋਇਆ, ਤੇ ਤੁਸੀਂ ਬਣਦੇ ਹੋ ਕਿਉਂਕਿ ਤੁਹਾਡੇ ਹਲਕੇ ਦੇ ਵਿੱਚ ਵੀ ਬਹੁਤ ਗਿਣਤੀ ਸਿੱਖਾਂ ਦੀਆਂ ਵੋਟਾਂ ਹੈਗੀਆਂ, ਤੇ ਜਦੋਂ ਆਪਾਂ ਉਹਨਾਂ ਦੀਆਂ ਵੋਟਾਂ ਲੈਣੀਆਂ ਆ ਤੇ ਜਿਹੜੇ ਉਹ ਸਿੱਖ ਜੇਲ੍ਹਾਂ ਵਿੱਚ ਬੰਦ ਨੇ 25-25 30-30 ਸਾਲ ਤੋਂ, ਜਿਨ੍ਹਾਂ ਦੇ ਉੱਤੇ ਕੋਈ ਮੁਕੱਦਮੇ ਨਹੀਂ ਚਲਾਏ ਜਾ ਰਹੇ, ਤੇ ਅੱਜ ਉਹ ਸਿੱਖ ਤੁਹਾਡੀ ਮਦਦ ਕਰਦੇ ਆ, ਤੇ ਕੀ ਤੁਸੀਂ ਉਹਨਾਂ ਦੀ ਮਦਦ ਲਈ ਉਹਨਾਂ ਦਾ ਹਾਂ ਦਾ ਨਾਰਾ ਜਿਹੜਾ ਵਿਧਾਨ ਸਭਾ ਦੇ ਵਿੱਚ ਲਾਓਗੇ? ਦੇਖੀਏ, ਇਹ ਮਸਲਾ ਜਿਹੜਾ ਤੁਸੀਂ ਸਵਾਲ ਕੀਤਾ ਬਹੁਤ ਵਧੀਆ ਸਵਾਲ ਹੈ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਪਹਿਲੇ ਵੀ ਅਕਸਰ ਸੋਸ਼ਲ ਮੀਡੀਆ 'ਤੇ ਕਰਦੇ ਰਹਿੰਦੇ ਹਾਂ। ਜਦੋਂ ਕਿ ਹੁਣ ਕਿਸਾਨੀ ਅੰਦੋਲਨ ਚੱਲਿਆ, ਜਦੋਂ ਕਾਲੇ ਕਾਨੂੰਨ ਜਿਹੜੇ ਬਣੇ ਸੀ, ਉਹਨਾਂ ਕਰਕੇ ਸਾਡੇ ਖਾਸ ਕਰਕੇ ਪੰਜਾਬੀ, ਹਰਿਆਣੇ ਦੇ ਲੋਕ, ਯੂਪੀ ਦੇ ਲੋਕਾਂ ਨੇ ਜਾ ਕੇ ਉੱਥੇ ਧਰਨਾ ਲਾਇਆ, ਦਿੱਲੀ ਜਾਮ ਕੀਤੀ, ਰੋਡ ਜਾਮ ਕੀਤੇ। ਅਸੀਂ ਉਹਨਾਂ ਦਾ ਫੁੱਲ ਸਮਰਥਨ ਕੀਤਾ, ਕਿਉਂਕਿ ਸਾਨੂੰ ਪਤਾ ਸੀ ਕਿ ਅਸੀਂ ਪੰਜਾਬੀ ਨਿਰਭਰ ਹੀ ਖੇਤੀਬਾੜੀ 'ਤੇ ਹਾਂ, ਔਰ ਚਾਹੇ ਕੋਈ ਵਪਾਰੀ ਆ, ਕਿਸਾਨ ਹੈ, ਮਜ਼ਦੂਰ ਹੈ, ਸਾਰੇ ਹੀ ਖੇਤੀਬਾੜੀ 'ਤੇ ਨਿਰਭਰ ਆ। ਸਾਡਾ ਉਹਨਾਂ ਦਾ ਸਮਰਥਨ ਕਰਨਾ ਫਰਜ਼ ਬਣਦਾ ਸੀ। ਮੈਂ ਪਾਰਟੀਆਂ ਦੇ ਪ੍ਰੋਟੈਸਟਾਂ ਦੇ ਦੌਰਾਨ ਕਾਫੀ ਵਾਰ ਮੈਂ ਜੇਲ੍ਹ ਜਾਣ ਦਾ ਮੈਨੂੰ ਮੌਕਾ ਮਿਲਿਆ। ਅਸੀਂ ਉੱਥੇ ਜੇ 2 ਦਿਨ ਗਏ, 3 ਦਿਨ ਗਏ, 4 ਦਿਨ ਗਏ, ਜਿੰਨੀ ਦੇਰ ਤੱਕ ਜ਼ਮਾਨਤ ਨਹੀਂ ਹੁੰਦੀ ਅਸੀਂ ਕੀ ਕਰਨਾ ਕਿ ਉੱਥੇ ਵਿਜ਼ਿਟ ਕਰਨਾ, ਲੋਕਾਂ ਨੂੰ ਵਿਊ ਲੈਣੇ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੈਠ ਕੇ ਕਿ ਤੁਸੀਂ ਕਿਸ ਤਰ੍ਹਾਂ ਕੀ ਹੈ। ਸੋ ਇਹ ਬੜੀ ਵੱਡੀ ਚਿੰਤਾ ਦਾ ਵਿਸ਼ਾ ਜਿਹੜਾ ਤੁਸੀਂ ਆ ਸਵਾਲ ਕੀਤਾ ਨਾ, ਕਿ ਜਿਹੜੇ 30-30 ਸਾਲ ਤੋਂ ਬੰਦੀ ਅੰਦਰ ਸਿੱਖ ਜਿਹੜੇ ਨੇ ਸਾਡੇ ਬੰਦ ਕੀਤੇ ਹੋਏ ਨੇ। ਸੋ ਇਹ ਬਹੁਤ ਵੱਡੀ ਧੱਕੇਸ਼ਾਹੀ ਆ ਉਹਨਾਂ ਪਰਿਵਾਰਾਂ ਦੇ ਨਾਲ, ਉਹਨਾਂ ਦੇ ਨਾਲ, ਕਿਉਂਕਿ ਉਹ ਆਪਣੀਆਂ ਸਜ਼ਾਵਾਂ ਜਿਹੜੀਆਂ ਭੁਗਤ ਚੁੱਕੇ ਨੇ। ਸੋ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਅਗਰ ਕੇਂਦਰ ਦਾ ਕੋਈ ਵੀ ਇਨਸਾਨ, ਕੋਈ ਮਿਨਿਸਟਰ, ਕੋਈ ਕਾਰਿਆਕਰਤਾ ਜਿਹੜਾ ਕੰਮ ਕਰ ਰਿਹਾ ਹੈ ਕੇਂਦਰ ਸਰਕਾਰ ਦੇ ਨਾਲ, ਅਗਰ ਉਹ ਮੇਰੀ ਆਵਾਜ਼ ਉਹਦੇ ਤੱਕ ਪਹੁੰਚੇ ਤਾਂ ਅਸੀਂ ਰਿਕੁਐਸਟ ਕਰਾਂਗੇ ਕਿ ਕਿਰਪਾ ਕਰਕੇ ਉਹਨਾਂ ਨੂੰ ਰਿਹਾਈ ਦਿੱਤੀ ਜਾਵੇ ਔਰ ਉਹਨਾਂ ਨੂੰ ਰਿਹਾ ਕੀਤਾ ਜਾਵੇ, ਕਿਉਂਕਿ ਉਹ ਜੀਂਦੇ ਜੀ ਆਪਣੇ ਇੱਕ ਵਾਰੀ ਆਣ ਕੇ ਪਰਿਵਾਰ ਨੂੰ ਮਿਲ ਸਕਣ। ਕਿਉਂਕਿ ਇਨਸਾਨ ਜੋ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ, ਜੇ ਇਨਸਾਨ ਵੱਲੋਂ ਇਨਸਾਨ ਦੇ ਉੱਪਰ ਸਜ਼ਾ ਜਿਹੜੀ ਲਾਗੂ ਕੀਤੀ ਜਾਂਦੀ ਹੈ, ਜੇ ਉਹਨਾਂ ਸਜ਼ਾ ਜਿਹੜੀਆਂ ਆਪਣੀਆਂ ਭੁਗਤ ਲੀਆਂ ਨੇ ਤਾਂ ਫਿਰ ਉਹਨਾਂ ਨੂੰ ਛੱਡ ਦਿੱਤਾ ਜਾਣਾ ਚਾਹੀਦਾ। ਬਿਲਕੁਲ ਜੀ। ਜਿਸ ਤਰ੍ਹਾਂ ਸੋਨੂ ਜਾਫਰ ਜੀ ਨੇ ਹੁਣੇ ਇਹ ਗੱਲ ਕੀਤੀ ਆ
ਕਿ ਮੇਰੀ ਆਵਾਜ਼ ਜੇ ਕੇਂਦਰ ਸਰਕਾਰਾਂ ਤੱਕ ਪਹੁੰਚ ਰਹੀ ਹੈ ਜਾਂ ਉਹਨਾਂ ਲੋਕਾਂ ਤੱਕ ਪਹੁੰਚ ਰਹੀ ਹੈ ਜਿਹੜੇ ਇਹਨਾਂ ਕੰਮਾਂ ਨੂੰ ਕਰ ਸਕਦੇ ਆ, ਉਹਨਾਂ ਨੂੰ ਉਹ ਬੰਦੀ ਸਿੱਖਾਂ ਨੂੰ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਆ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ। ਸੋ ਸੋਨੂੰ ਜਾਫਰ ਜੀ, ਇੱਕ ਹੋਰ ਮੇਰਾ ਐਂਡ ਦਾ ਅਖੀਰ ਦਾ ਇੱਕ ਸਵਾਲ ਕਰਨਾ ਚਾਹੁੰਦਾ ਆ ਕਿ ਅੱਜ ਤੁਸੀਂ ਹੁਣ ਐਲਾਨ ਕਰ ਦਿੱਤਾ, ਐਲਾਨ ਕਰਨ ਤੋਂ ਬਾਅਦ ਤੁਸੀਂ ਹੁਣ ਆਪਣੀ ਨੋਮੀਨੇਸ਼ਨ ਜਿਹੜੀ ਆ ਉਹ ਭਰਨੀ ਆ, ਤੇ ਇਲੈਕਸ਼ਨ ਤੋਂ ਪਹਿਲਾਂ ਜੇ ਕੋਈ ਹੋਰ ਕੋਈ ਚੰਗੀ ਪਾਰਟੀ, ਕੋਈ ਰਾਜਨੀਤਿਕ ਪਾਰਟੀ ਤੁਹਾਡੇ ਤੱਕ ਅਪਰੋਚ ਕਰਦੀ ਹੈ ਤਾਂ ਉਦੋਂ ਤੁਸੀਂ ਕੀ ਕਰੋਗੇ? ਦੇਖੋ, ਮੈਂ ਆਜ਼ਾਦ ਉਮੀਦਵਾਰ ਤੌਰ ਤੇ ਅੱਜ ਐਲਾਨ ਕੀਤਾ ਰਸਮੀ ਤੌਰ ਤੇ। ਅਗਰ ਕੋਈ ਮੇਰੀ ਵਿਚਾਰਧਾਰਾ ਵਾਲੀ ਪਾਰਟੀ ਜਿਹਦੇ ਨਾਲ ਮੇਰੀ ਵਿਚਾਰਧਾਰਾ ਰਲਦੀ ਹੋਈ, ਅਗਰ ਉਹ ਮੈਨੂੰ ਸਮਝ ਕੇ ਕਿ ਇਹ ਬੰਦੇ ਕੋ ਕੈਡਰ ਵਾਲਾ ਬੰਦਾ ਵਾ, ਇਹਦੇ ਕੋਲ ਵੋਟ ਬੈਂਕ ਹੈ, ਇਹ ਬੰਦਾ ਟਿਕਟ ਕੱਢ ਸਕਦਾ ਹੈ ਨਾ, ਅਗਰ ਮੈਨੂੰ ਲੱਗਾ ਕਿ ਇਹ ਪਾਰਟੀ ਜਿਹੜੀ ਆ ਮੇਰੀ ਵਿਚਾਰਧਾਰਾ ਨਾਲ ਮੇਲ ਖਾਂਦੀ ਆ, ਤੇ ਬਿਲਕੁਲ ਮੈਂ ਉਹਨਾਂ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਾਂਗਾ। ਜੇ ਪੂਰਾ ਫਾਈਨਲ ਨਹੀਂ ਹੈ, ਮੈਂ ਆਪਣੀ ਕੋਰ ਕਮੇਟੀ ਬਿਠਾਵਾਂਗਾ, ਉਹਨਾਂ ਨਾਲ ਸਲਾਹ ਕਰਾਂਗਾ। ਸਾਡੀ ਕੋਆਰਡੀਨੇਸ਼ਨ ਕਮੇਟੀ ਆ, ਉਹਨੂੰ ਬਿਠਾ ਕੇ ਫਿਰ ਅਸੀਂ ਸਲਾਹ ਕਰਾਂਗੇ। ਜੇ ਅਗਰ ਕਹਿਣਗੇ ਕਿ ਉਸ ਮੈਚ ਕਰਦੀ ਹੈ ਸਾਡੇ ਨਾਲ ਪਾਰਟੀ, ਤੇ ਅਸੀਂ ਜ਼ਰੂਰ ਉਹਨਾਂ ਨਾਲ ਗੱਲਬਾਤ ਰੱਖ ਸਕਦੇ ਹਾਂ। ਅਖੀਰ ਦੇ ਵਿੱਚ ਤੁਸੀਂ ਅਜਨਾਲਾ ਦੇ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਅਜਨਾਲਾ ਦੇ ਵੋਟਰਾਂ ਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ, ਮੇਰੀ ਪਰਜੋਰ ਅਪੀਲ ਹੈ ਕਿ ਆਮ ਆਦਮੀ ਪਾਰਟੀ ਜਿਹਦੀ ਵਿਚਾਰਧਾਰਾ ਤੋਂ ਅਸੀਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਨਾਲ ਜੁੜੇ ਸੀ, ਸਾਨੂੰ ਲੱਗਦਾ ਸੀ ਕਿ ਇਹ ਬੜਾ ਸਾਫ਼ ਸੁਥਰਾ ਸ਼ਾਸਨ ਪ੍ਰਸ਼ਾਸਨ ਦੇਣਗੇ ਔਰ ਬੜੇ ਸਾਫ਼ ਸੁਥਰੀ ਛਵੀ ਵਾਲੇ ਲੋਕਾਂ ਨੂੰ ਮੈਦਾਨ ਦੇ ਵਿੱਚ ਉਤਾਰਨਗੇ। ਪਰ ਸਭ ਤੋਂ ਵੱਡੀ ਗੱਲ ਇਹ ਆ, ਸਾਡੀ ਬਿਲਕੁਲ ਹੀ ਵਿਚਾਰਧਾਰਾ ਦੇ ਉਲਟ ਇਹਨਾਂ ਨੇ ਕੰਮ ਕੀਤਾ ਕਿ ਇੱਕ ਕਾਤਲ ਨੂੰ ਜਿਹਦੇ ਉੱਪਰ 302 ਦਾ ਪਰਚਾ ਦਰਜ ਹੈ ਔਰ ਮਾਨਯੋਗ ਹਾਈ ਕੋਰਟ ਦੇ ਵਿੱਚ ਉਹਦੇ ਉੱਪਰ ਕੇਸ ਚੱਲ ਰਿਹਾ, ਵਿਚਾਰ ਅਧੀਨ ਹੈ, ਉਹੋ ਜਿਹੇ ਬੰਦੇ ਨੂੰ ਟਿਕਟ ਦੇ ਕੇ ਨਵਾਜਿਆ ਗਿਆ। ਔਰ ਮੈਂ ਉਹਨਾਂ ਨੂੰ ਬੇਨਤੀ ਇਹ ਕਰਾਂਗਾ ਕਿ ਤੁਸੀਂ ਸਮਝਦਾਰੀ ਕੋ, ਸੂਝ-ਬੂਝ ਕੋ ਕੰਮ ਲਿਓ, ਕਾਲੇ ਹੋ ਕੇ, ਅਗਰੈਸਿਵ ਹੋ ਕੇ ਜਾਂ ਇਮੋਸ਼ਨਲ ਹੋ ਕੇ ਕਿਤੇ ਗਲਤ ਫੈਸਲਾ ਨਾ ਲੈ ਲਿਓ। ਕੋਈ ਇਹੋ ਜਿਹਾ ਬੰਦਾ ਸਿਰ 'ਤੇ ਨਾ ਆਪਾਂ ਬਿਠਾ ਲਈਏ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਸਾਨੂੰ ਮੂੰਹ ਨਾਲ ਖੋਲ੍ਹਣੀਆਂ ਪੈਣ। ਸੋ ਇਸ ਕਰਕੇ ਵਿਸ਼ੇਸ਼ ਕਰਕੇ ਆਮ ਆਦਮੀ ਪਾਰਟੀ ਦੇ ਜਿਹੜਾ ਕੈਂਡੀਡੇਟ ਉਤਾਰਿਆ ਗਿਆ ਅਜਨਾਲੇ ਹਲਕੇ 'ਚ, ਉਹ ਬਹੁਤ ਹੀ ਕ੍ਰਿਮੀਨਲ ਮਾਈਂਡ ਦਾ ਬੰਦਾ ਜੇ ਤੇ ਚਾਹੁੰਦੇ ਕਿ ਅਸੀਂ ਬੱਚੇ ਆਪਣੇ ਗੈਂਗਸਟਰ ਬਣਾਉਣੇ ਆ, ਜੇ ਚਾਹੁੰਦੇ ਆ ਕਿ ਰੋਜ਼ ਹੀ ਸਾਡੇ ਪਿੰਡਾਂ ਵਿੱਚ ਕਤਲ ਹੋਇਆ ਕਰਨ, ਰੋਜ਼ ਹੀ ਇਹ ਜੁੱਤੀ ਹੋਇਆ ਕਰਨ, ਤੇ ਫਿਰ ਪਾ ਦਿਓ ਵੋਟਾਂ ਇਹੋ ਜਿਹੇ ਬੰਦੇ ਨੂੰ, ਫਿਰ ਕੋਈ ਪ੍ਰੋਬਲਮ ਨਹੀਂ ਆ। ਜੇ ਚਾਹੁੰਦੇ ਆ ਕਿ ਪੀਸਫੁਲੀ ਲਾਈਫ ਅਸੀਂ ਜੀਣੀ ਆ ਯਾਰ, ਜੀਓ ਤੇ ਜੀਣ ਦੀ ਜਿਹੜੀ ਆ ਅਸੀਂ ਨੀਤੀ ਤੇ ਚੱਲਣਾ ਹੈ, ਆਪਣੇ ਹਲਕੇ ਦੀ ਡਿਵੈਲਪਮੈਂਟ ਕਰਨੀ ਆ, ਤੇ ਫਿਰ ਸੋਚ ਸਮਝ ਕੇ ਵੋਟ ਪਾਇਆ। ਬਿਲਕੁਲ ਜੀ, ਇਹ ਸਨ ਜੀ ਇਸ ਹਲਕੇ ਤੋਂ ਰਾਜਨੀਤੀ ਦੇ ਬਾਬਾ ਬੌੜ ਸੋਨੂੰ ਜਾਫਰ ਜੀ, ਜਿਨ੍ਹਾਂ ਨੇ ਅਜਨਾਲਾ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਤੁਸੀਂ ਵੋਟਾਂ ਪਾਉਣੀਆਂ ਬੜੀਆਂ ਸੋਚ ਸਮਝ ਕੇ ਵਿਚਾਰ ਕੇ ਪਾਉਣੀਆਂ, ਕਿ ਕਿਤੇ ਕੋਈ ਫੇਰ ਉਹ ਬੰਦੇ ਅੱਗੇ ਨਾ ਆ ਜਾਣ ਜਿਹੜੇ ਸਾਡੇ ਬੱਚਿਆਂ ਨੂੰ ਕਰਾਹੇ ਪਾਉਣ। ਸੋ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ, ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।